एक ओंकार सतगुर प्रसाद। श्री वाहिगुरु जी की फतेह। श्री भगवती जी सहाय। 10वां अध्याय प्रहसत युद्ध वर्णन। अथ प्रहसत युद्ध कथनन। ਹੁਣ ਪ੍ਰਹਸਤ ਯੁੱਧ ਦਾ ਕਥਨ। ਸੰਗੀਤ ਛਪੇ ਛੰਦ। ਪਾਗੜਦੀ ਪ੍ਰਹਸਤ ਪਠਿਓ ਦਾਗੜਦੀ ਦੈ ਕੈ ਦਲ ਅਨਗਨ। ਅਣਗਿਣਤ ਸੈਨਾ ਦਲ ਨਾਲ ਦੇ ਕੇ ਰਾਵਣ ਨੇ ਆਪਣੇ ਪੁੱਤਰ ਪ੍ਰਹਸਤ ਨੂੰ ਯੁੱਧ ਲਈ ਭੇਜ ਦਿੱਤਾ। ਕਾਗੜਦੀ ਕੰਪ ਪੂਅ ਉੱਠੀ ਬਾਗੜਦੀ ਬਾਜੀਏ ਖੁਰੀਅਨ ਤਨ। ਜਿਸ ਦੀ ਸੈਨਾ ਨੇ ਬੇਅੰਤ ਘੋੜਿਆਂ ਦੇ ਖੁਰਾਂ ਨਾਲ ਤਰਤ ਕੰਬ ਗਈ। ਜਿਸ ਦੀ ਸੈਨਾ ਦੇ ਬੇਅੰਤ ਘੋੜਿਆਂ ਦੇ ਖੁਰਾਂ ਨਾਲ ਧਰਤੀ ਕੰਬ ਗਈ। ਨਾਗੜ ਦੀ ਨੀਲ ਤਹਿ ਚਿਣਿਓ ਪਾਗੜ ਦੀ ਕਹਿ ਭੂਮ ਪਛਾੜੀਏ। ਉਸ ਨੂੰ ਸ਼੍ਰੀ ਰਾਮ ਚੰਦਰ ਦੇ ਸੂਰਮੇ ਨੀਲ ਨੇ ਫੜ ਕੇ ਝਟਕਾ ਦੇ ਕੇ ਧਰਤੀ ਉੱਤੇ ਪਟਕ ਮਾਰਿਆ। ਸਾਗਰ ਦੀ ਸਮਰ ਹਾਹਾਕਾਰ ਦਾਗੜ ਦੀ ਦਾਨਵ ਦਲ ਪਾਰੀਏ। ਜਿਸ ਕਰਕੇ ਰਣਭੂਮੀ ਵਿੱਚ ਰਾਖਸਾਂ ਦੀ ਸੈਨਾ ਅੰਦਰ ਬਹੁਤ ਹਾਹਾਕਾਰ ਮਚ ਗਈ। ਕੰਗਾਗੜ ਦੀ ਕਾਇ ਪੱਕ ਪੱਕ ਕਰਤ ਰਾਗੜ ਦੀ ਰੋਹਰ ਰਣ ਰੰਗ ਬਹਿ। ਜ਼ਖਮੀਆਂ ਦੇ ਜ਼ਖਮਾਂ ਵਿੱਚੋਂ ਪੱਕ ਪੱਕ ਕਰਕੇ ਲਹੂ ਰਣਭੂਮੀ ਵਿੱਚ ਵਗ ਰਿਹਾ ਹੈ। ਜੰਜਾਗੜ ਦੀ ਜੋਇਹ ਜੁਗਣ ਜਪੇ ਕਾਗੜ ਦੀ ਕਾਕ ਕਰ ਕਰ ਕਕਹ। ਜੋਗਣਾ ਦੇ ਝੁੰਡ ਜੈ ਜੈ ਜਪ ਰਹੇ ਹਨ ਅਤੇ ਕਾਂ ਚੀਰਵੀਂ ਆਵਾਜ਼ ਨਾਲ ਕਾਂ ਕਾਂ ਕਰ ਰਹੇ ਹਨ। ਫਾਗੜ ਦੀ ਪ੍ਰਹਸਤ ਜੂਜੰਤ ਲਾਗੜ ਦੀ ਲੈ ਚੱਲਿਓ ਅਪ ਦਲ। ਜਦੋਂ ਪ੍ਰਹਸਤ ਜੂਝਣ ਲਈ ਆਪਣੀ ਸੈਨਾ ਲੈ ਕੇ ਚੱਲਿਆ। ਪਾਗੜ ਦੀ ਭੂਮ ਪੜਹੜ ਕਾਗੜ ਦੀ ਕੰਪੀ ਦੋਈ ਜਲ ਥਲ। ਤਦੋਂ ਧਰਤੀ ਉੱਤੇ ਹੜਫਾ ਦੜਫੀ ਪਸਰ ਗਈ ਅਤੇ ਦੋਵੇਂ ਜਲ ਥਲ ਕੰਬ ਗਏ। ਨਾਗੜ ਦੀ ਨਾਦ ਨਹਿਨਤ ਪਾਗੜ ਦੀ ਰਣ ਪੇਰ ਭਯੰਕਰ। ਤੌਂਸਿਆਂ ਦਾ ਕੋਰ ਸ਼ਬਦ ਹੋ ਰਿਹਾ ਹੈ ਅਤੇ ਪੇਰਿਆਂ ਦੀ ਭਿਆਨਕ ਗੂੰਜ ਨਿਕਲ ਰਹੀ ਹੈ। ਸਾਗੜ ਦੀ ਸਾਗ ਚਲਹਲਤ ਚਾਗੜ ਦੀ ਚਮਕੰਤ ਚਲਤ ਸਰ। ਬਰਛੇ ਚਿਲਮਿਲ ਕਰ ਰਹੇ ਹਨ ਅਤੇ ਚਲਦੇ ਹੋਏ ਤੀਰ ਚਮਕ ਰਹੇ ਹਨ। ਖੰਗਾਗੜ ਦੀ ਖੇਤ ਖੜਗ ਖਿਮਕਤ ਖਹਤ ਚਾਗੜ ਦੀ ਚਟਕ ਚਿੰਗੇ ਕਢੈ। ਰਣ ਵਿੱਚ ਤਲਵਾਰਾਂ ਖਹਿਬੜਨ ਲੱਗ ਗਈਆਂ ਹਨ ਅਤੇ ਆਪਣੇ ਵਿੱਚੋਂ ਤੁਰੰਤ ਚਿਣਗਾ ਕੱਢਣ ਲੱਗੀਆਂ ਹਨ। ਠੰਡਾਗੜ ਦੀ ਠਾਠ ਠੱਟ ਕਰ ਮਨੋ ਠਾਗੜ ਦੀ ਠਣਕ ਠਠੀਅਰ ਗੜੈ। ਡਾਲਾਂ ਉੱਤੇ ਤਲਵਾਰਾਂ ਦੇ ਵੱਜਣ ਨਾਲ ਠਕ ਠਕ ਸ਼ਬਦ ਇੰਜ ਪ੍ਰਤੀਤ ਹੋ ਰਿਹਾ ਹੈ ਮਾਨੋ ਠਠਿਆਰ ਪਾੜੇ ਕੱਢ ਰਿਹਾ ਹੋਵੇ। As though a tinker was fashioning a utensils. ਡਾਗੜ ਦੀ ਡਾਲ ਉਜਲੇ ਬਾਗੜ ਦੀ ਰਣਬੀਰ ਬਪਕਹੀ। ਕਿਧਰੇ ਡਾਲਾਂ ਉਛਲਦੀਆਂ ਹਨ ਕਿਧਰੇ ਰਣ ਵਿੱਚ ਸੂਰਮੇ ਬੁੱਕਦੇ ਹਨ। ਆਗੜ ਦੀ ਇੱਕ ਲੈ ਚਲੇ ਇੱਕ ਕਹੂੰ ਇੱਕ ਉੱਚ ਕਹੇ। ਇਕੱਨਾ ਯੋਧਿਆਂ ਨੂੰ ਇੱਕ ਯੋਧੇ ਲੈ ਚੱਲੇ ਹਨ ਅਤੇ ਇੱਕ ਉਛਲ ਰਹੇ ਹਨ। ਤਾਗੜ ਦੀ ਤਾਲ ਤੰਬੂਰਨ ਬਾਗੜ ਦੀ ਰਣਬੀਨ ਸੁਪਜੇ। ਛੈਣੇ ਛੋਟੇ ਨਗਾਰੇ ਅਤੇ ਬੀਨਾ ਰਣਭੂਮੀ ਵਿੱਚ ਵੱਜ ਰਹੀਆਂ ਹਨ। ਸਾਗੜ ਦੀ ਸੰਖ
ਕੇ ਸ਼ਬਦ ਗਾਗਰ ਦੀ ਗੈਵਰ ਗਲ ਗੱਜੇ। ਕਿਸੇ ਪਾਸੇ ਸੰਖ ਦਾ ਸ਼ਬਦ ਹੁੰਦਾ ਹੈ ਅਤੇ ਦੂਜੇ ਪਾਸੇ ਵੱਡੇ ਵੱਡੇ ਹਾਥੀ ਕ੍ਰੋਧ ਨਾਲ ਚਿੰਗਾੜਦੇ ਹਨ। ਥੰਦਾਗੜ ਦੀ ਤਰਨ ਤੜ ਤੁਕ ਪਰਤ ਜਾਗੜ ਦੀ ਚਕਤ ਚਿੱਤ ਮਹਿ ਅਮਰ। ਧਰਤੀ ਧੜਕਣ ਲੱਗ ਪਈ ਹੈ ਅਤੇ ਦੇਵਤੇ ਯੁੱਧ ਨੂੰ ਵੇਖ ਕੇ ਚਿੱਤ ਵਿੱਚ ਹੈਰਾਨ ਹੋ ਰਹੇ ਹਨ। ਪੰਪਾਗੜ ਦੀ ਪੋਹਪ ਬਰਖਾ ਕਰਤ ਜਾਗੜ ਦੀ ਜਛ ਗੰਧਰਬ ਬਰ। ਜਛ ਤੇ ਗੰਧਰਬ ਆਕਾਸ਼ ਤੋਂ ਸੁੰਦਰ ਫੁੱਲਾਂ ਦੀ ਬਰਖਾ ਕਰ ਰਹੇ ਹਨ। ਜਾਗੜ ਦੀ ਚੁੱਜ ਪਟ ਗਿਰੈ ਮਾਗੜ ਦੀ ਮੁਖ ਮਾਰ ਉਚਾਰੇ। ਜਾਗੜ ਦੀ ਚੁੱਜ ਪਟ ਗਿਰੇ ਮਾਗੜ ਦੀ ਮੁਖ ਮਾਰ ਉਚਾਰੇ। ਸੂਰਮੇ ਜੂਝ ਕੇ ਡਿੱਗਦੇ ਹਨ, ਮੋਹੋਂ ਮਾਰੋ ਮਾਰੋ ਬੋਲਦੇ ਹਨ। ਸਾਗੜ ਦੀ ਸੰਜ ਪੰਜਰੇ ਖਾਗੜ ਦੀ ਖਣੀਅਰ ਜਣਕਾਰੇ। ਸੂਰਮਿਆਂ ਨੇ ਜੋ ਕਵਚ ਪਾਏ ਹੋਏ ਹਨ ਉਹ ਮਾਨੋ ਕਾਲੇ ਸੱਪ ਹੋਣ। ਤਾਗੜ ਦੀ ਤੀਰ ਬਰਖੰਤ ਗਾਗੜ ਦੀ ਗਹਿ ਗਦਾ ਗਰੀ ਸਟਨ। ਕਈ ਤੀਰਾਂ ਦੀ ਬਰਖਾ ਕਰਦੇ ਹਨ, ਕਈ ਭਾਰੀ ਗਦਾ ਪ੍ਰਹਾਰਦੇ ਹਨ। ਮਾਗੜ ਦੀ ਮੰਤਰ ਮੁਖ ਜਪੇ ਆਗੜ ਦੀ ਅੱਛਰ ਬਰ ਇਸਟਨ। ਕਈ ਮੁਖ ਵਿੱਚ ਮੰਤਰ ਜਪਦੇ ਹਨ ਤੇ ਕਈ ਆਪਣੇ ਇਸ਼ਟ ਦੀ ਜੈ ਜੈ ਬੋਲਦੇ ਹਨ। ਸੰਸਾਗੜ ਦੀ ਸਦਾ ਸਿਵ ਸਿਮਰ ਕਰ ਜਾਗੜ ਦੀ ਜੂਝ ਜੋਦਾ ਮਰਤ। ਕਈ ਸੱਚਾ ਸ਼ਿਵ ਨੂੰ ਸਿਮਰਦੇ ਹਨ। ਇਸ ਤਰ੍ਹਾਂ ਯੋਧੇ ਲੜ ਕੇ ਮਰਦੇ ਜਾਂਦੇ ਹਨ। ਸੰਸਾਗੜ ਦੀ ਸੁਪਟ ਸਨਮੁਖ ਗਿਰਤ ਆਗੜ ਦੀ ਅਪੱਛਰਨ ਕਹਿ ਬਰਤ। ਜੋ ਸੂਰਮੇ ਸਨਮੁਖ ਹੋ ਕੇ ਡਿੱਗਦੇ ਹਨ ਉਹਨਾਂ ਨੂੰ ਅਪਸਰਾਵਾਂ ਵਰਦੀਆਂ ਹਨ। ਭੁਜੰਗ ਪ੍ਰਿਆਤ ਛੰਦ। ਇੱਤੇ ਉਚਰੇ ਰਾਮ ਲੰਕੇਸ ਬੈਣਨ। ਇੱਧਰ ਸ਼੍ਰੀ ਰਾਮ ਜੀ ਨੇ ਵਿਭੀਸ਼ਣ ਨੂੰ ਲੰਕਾ ਦਾ ਰਾਜਾ ਹੋਣ ਦੇ ਬੋਲ ਕਹੇ ਹਨ। ਉਤੇ ਦੇਵ ਦੇਖੇ ਚੜੇ ਰਥ ਗੈਣਨ। ਅਤੇ ਉਧਰ ਦੇਵਤੇ ਰਥਾਂ ਉੱਤੇ ਚੜ੍ਹ ਕੇ ਆਕਾਸ਼ ਵਿੱਚ ਵੇਖਦੇ ਹਨ। ਕਹੋ ਏਕ ਏਕਨ ਅਨੇਕਨ ਪ੍ਰਕਾਰਨ। ਹੇ ਵਿਭੀਸ਼ਣ ਉਹਨਾਂ ਦਾ ਇੱਕ ਇੱਕ ਕਰਕੇ ਅਨੇਕ ਤਰ੍ਹਾਂ ਨਾਲ ਪਰਿਚੈ ਦਿਓ। ਮਿਲੇ ਜੁਧ ਜੇਤੇ ਸਮੰਤਨ ਲੁੱਝਾਰਨ। ਮਿਲੇ ਜੁਧ ਜੇਤੇ ਸਮੰਤਨ ਲੁੱਝਾਰਨ। ਯੁੱਧ ਵਿੱਚ ਜਿੰਨੇ ਲੜਾਕੇ ਸੈਨਾਪਤੀ ਇਕੱਠੇ ਹੋਏ ਹਨ। ਬਬੀਛਣ ਬਾਚ ਰਾਮ ਸੌ। ਵਿਭੀਸ਼ਣ ਨੇ ਸ਼੍ਰੀ ਰਾਮ ਪ੍ਰਤੀ ਕਿਹਾ। ਤੁਨਨ ਮੰਡਲਾਕਾਰ ਜਾਕੋ ਬਿਰਾਜੇ। ਜਿਸ ਦਾ ਗੋਲ ਘੇਰੇਦਾਰ ਧਨੁਸ਼ ਸ਼ੋਭਦਾ ਹੈ। ਸਿਰਨ ਜੈਤ ਪੱਤਰਨ ਸਿਤਨ ਛਤਰ ਛਾਜੇ। ਸਿਰ ਉੱਤੇ ਕਲਗੀ ਅਤੇ ਚਿੱਟਾ ਛਤਰ ਝੂਲਦਾ ਹੈ। ਰਥਨ ਬਿਸਟਤਨ ਬਯਾਘ੍ਰ ਚਰਮਨ ਅਪੀਤਨ। ਰਥਨ ਬਿਸਟਤਨ ਬਯਾਘ੍ਰ ਚਰਮਨ ਅਪੀਤਨ। ਸ਼ੇਰ ਦੀ ਖਲ ਨਾਲ ਰਥ ਮੜਿਆ ਹੋਇਆ ਹੈ ਅਤੇ ਪੈ ਰਹਿਤ ਹੈ। ਤਿਸੇ ਨਾਥ ਜਾਨੋ ਹਠੀ ਇੰਦਰਜੀਤਨ। ਹੇ ਨਾਥ ਉਸਨੂੰ ਹਠੀ ਇੰਦਰਜੀਤ ਮੇਘਨਾਥ ਜਾਣ ਲਵੋ। ਨਹੇ ਪਿੰਗ ਬਾਜੀ ਰਥਨ ਜੇਨ ਸੋਭੈ। ਜਿਸ ਦੇ ਰਥ ਨੂੰ ਪੂਰੇ ਰੰਗ ਦੇ ਘੋੜੇ ਜੁਤੇ ਹੋਏ ਸ਼ੋਭਦੇ ਹਨ। ਮਹਾਕਾਇ ਪੇਖੇ ਸਬੇ ਦੇਵ ਛੋਭੈ। ਜਿਸ ਦੀ ਵੱਡੀ ਦੇਹ ਨੂੰ ਵੇਖ ਕੇ ਸਾਰੇ ਦੇਵਤੇ ਭੈਭੀਤ ਹੁੰਦੇ ਹਨ। ਹਰੇ ਸਰਬ ਗਰਬਨ ਤਨਨ ਪਾਲ ਦੇਵਨ। ਜੋ ਵੱਡੇ ਧਨੁਸ਼ਧਾਰੀ ਦੇਵਤਿਆਂ ਦਾ ਸਾਰਾ ਗਰਭ ਦੂਰ ਕਰਦਾ ਹੈ।
महाकाय नामा महावीर जेवन। महाकाय नामा महावीर जेवन। हे नाथ, उस महावीर ਦਾ ਨਾਂ महाकाय है। लगे मयूर बरनन रथन जैन बाजी। जिस ਦੇ ਰਥ ਨਾਲ ਮੋਰ ਦੇ ਰੰਗ ਵਰਗੇ ਘੋੜੇ ਲੱਗੇ ਹੋਏ ਹਨ। ਬਕੇ ਮਾਰ ਮਾਰਨ ਤਜੇ ਬਾਣ ਰਾਜੀ। ਜੋ ਮੂੰਹ ਤੋਂ ਮਾਰੋ ਮਾਰੋ ਬਕਦਾ ਹੈ, ਤੀਰਾਂ ਦੀ ਝੜੀ ਲਗਾ ਰਿਹਾ ਹੈ। ਮਹਾਜੁੱਧ ਕੋ ਕਰ ਮਹੋਦਰ ਬਖਾਨੋ। ਉਹਨੂੰ ਵੱਡਾ ਯੁੱਧ ਕਰਨ ਵਾਲਾ ਮਹੋਦਰ ਸਮਝੋ। ਤਿਸੇ ਜੁੱਧ ਕਰਤਾ ਬੜੋ ਰਾਮ ਜਾਨੋ। ਹੇ ਰਾਮ, ਜੋ ਮਹਾਯੁੱਧ ਦੀ ਖਾਣ ਹੈ। ਲਗੇ ਮੁਖੰਕਨ ਬਰਨ ਬਾਜੀ ਰਥੇਸਨ। ਜਿਸ ਦੇ ਸੁੰਦਰ ਰਥ ਅੱਗੇ ਚੂਹੇ ਰੰਗੇ ਘੋੜੇ ਲੱਗੇ ਹੋਏ ਹਨ। ਹਸੇ ਪਉਨ ਕੇ ਗਉਨ ਕੋ ਚਾਰ ਦੇਸਨ। ਜੋ ਚੌਹਾਂ ਦਿਸ਼ਾਵਾਂ ਦੀ ਪਾਉਣ ਦੀ ਚਾਲ ਦਾ ਵੀ ਹਾਸਾ ਉਡਾਉਂਦੇ ਹਨ। ਤਰੇ ਬਾਣ ਪਾਣਨ ਕਿਦੋ ਕਾਲ ਰੂਪਨ। ਜਿਸ ਨੇ ਹੱਥ ਵਿੱਚ ਤੀਰ ਫੜਿਆ ਹੋਇਆ ਹੈ ਅਤੇ ਜੋ ਕਾਲ ਦਾ ਹੀ ਰੂਪ ਹੈ। ਤਿਸੇ ਰਾਮ ਜਾਨੋ ਸਹੀ ਦੈਤ ਭੂਪਨ। ਹੇ ਰਾਮ, ਉਸ ਨੂੰ ਸਹੀ ਕਰਕੇ ਦੈਂਤਾਂ ਦਾ ਰਾਜਾ ਰਾਵਣ ਸਮਝੋ। ਫਿਰੇ ਮੋਰ ਪੁੱਛਨ ਡੁਰੇ ਚੌਰ ਚਾਰਨ। ਜਿਸ ਉੱਤੇ ਮੋਰ ਦੇ ਖੰਭਾਂ ਦਾ ਸੁੰਦਰ ਚੌਰ ਝੂਲਦਾ ਹੈ। ਰੜੇ ਕਿਤ ਬੰਦੀ ਅਨੰਤਨ ਅਪਾਰਨ। ਜਿਸ ਦੇ ਅੱਗੇ ਪਿੱਛੇ ਬੇਅੰਤ ਬੰਦੀ ਜਨ ਯਸ਼ ਕਰਦੇ ਹਨ। ਰਥਨ ਸੁਵਰਣ ਕੀ ਕਿੰਕਣੀ 400 ਹੈ। ਜਿਸ ਦੇ ਰਥ ਨੂੰ ਸੋਨੇ ਦੇ ਸੁੰਦਰ ਘੁੰਗਰੂ ਲੱਗੇ ਹੋਏ ਹਨ। ਲਖੇ ਦੇਵ ਕੰਨਿਆ ਮਹਾ ਤੇਜ ਮੋਹ ਹੈ। ਜਿਸ ਦੇ ਮਹਾ ਤੇਜ ਨੂੰ ਦੇਖ ਕੇ ਦੇਵ ਕੰਨਿਆਵਾਂ ਮੋਹਿਤ ਹੋ ਜਾਂਦੀਆਂ ਹਨ। ਛਕੇ ਮਤ ਜਾਕੀ ਤੁਜਾ ਸਾਰ ਦੂਲਨ। ਜਿਸ ਦੇ ਝੰਡੇ ਵਿੱਚ ਬੱਬਰ ਸ਼ੇਰ ਦਾ ਚਿੰਨ੍ਹ ਲੱਗਾ ਹੋਇਆ ਸ਼ੋਭ ਰਿਹਾ ਹੈ। ਇਹ ਦੈਤ ਰਾਜਨ ਦੁਰਨ ਦਰੋਹ ਮੂਲਨ। ਇਹੋ ਹੀ ਬੁਰਿਆਈ ਅਤੇ ਦੰਗੇ ਦੀ ਜੜ ਅਤੇ ਦੈਂਤਾਂ ਦਾ ਰਾਜਾ ਰਾਵਣ ਹੈ। ਲਸੇ ਕ੍ਰੀਟ ਸੀਸਨ ਕਸੇ ਚੰਦਰ ਪਾਕੋ। ਜਿਸ ਦੇ ਸਿਰ ਉੱਪਰ ਮੁਕਟ ਚਮਕਦਾ ਹੈ, ਜੋ ਚੰਦਰਮਾ ਦੀ ਚਮਕ ਨੂੰ ਫਿੱਕਾ ਕਰਦਾ ਹੈ। ਰਮਾਨਾਥ ਚੀਨੋ ਦਸਨ ਗ੍ਰੀਵ ਤਾਕੋ। ਹੇ ਰਮਾਨਾਥ, ਉਸ ਨੂੰ 10 ਸਿਰਾਂ ਵਾਲਾ ਰਾਵਣ ਪਛਾਣ ਲਵੋ। ਦੁਹਨ ਔਰ ਬੱਜੇ ਬਜੰਤਰ ਅਪਾਰਨ। ਦੋਹਾਂ ਪਾਸਿਆਂ ਤੋਂ ਅਪਾਰਾਂ ਵਾਜੇ ਵੱਜਣ ਲੱਗ ਪਏ। ਮਚੇ ਸੂਰਬੀਰਨ ਮਹਾ ਸ਼ਸਤਰ ਤਾਰਨ। ਜਿਸ ਕਰਕੇ ਵੱਡੇ ਸ਼ਸਤਰਧਾਰੀ ਸੂਰਵੀਰ ਮਸਤ ਹੋ ਗਏ। ਕਰੇ ਅਸਤਰ ਪਾਤਨ ਨਿਪਾਤੰਤ ਸੂਰਨ। ਉਹ ਅਸਤਰ ਨੂੰ ਚਲਾ ਕੇ ਸੂਰਮਿਆਂ ਨੂੰ ਮਾਰੀ ਜਾਂਦੇ ਹਨ। ਉਠੇ ਮੱਧ ਜੁੱਦਨ ਕਮਥਨ ਕਰੂਰਨ। ਯੁੱਧ ਵਿੱਚ ਭਿਆਨਕ ਧੜ ਉੱਠ ਰਹੇ ਹਨ। ਗਿਰੇ ਰੁੰਡ ਮੁੰਡਨ ਪਸੁੰਡਨ ਅਪਾਰਨ। ਅਪਾਰਾ ਹੀ ਧੜ ਸਿਰ ਅਤੇ ਸੁੰਡਨ ਡਿੱਗ ਸੁੰਡ ਡਿੱਗ ਪਏ ਹਨ। ਗਿਰੇ ਰੁੰਡ ਮੁੰਡਨ ਪਸੁੰਡਨ ਅਪਾਰਨ। ਅਪਾਰਾ ਹੀ ਧੜ ਸਿਰ ਅਤੇ ਸੁੰਡ ਡਿੱਗ ਪਏ ਹਨ। ਰੁਲੇ ਅੰਗ ਪੰਗਨ ਸਮੰਤਨ ਲੁੰਛਾਰਨ। ਅਨੇਕਾਂ ਹੀ ਜੁਝਾਰੂ ਯੋਧਿਆਂ ਦੇ ਕਟੇ ਹੋਏ ਅੰਗ ਰੁਲ ਰਹੇ ਹਨ।
ਪਰੀ ਕੋਹ ਜੂਹਨ ਉਠੇ ਗੱਦ ਸੱਤਨ। ਰਣ ਭੂਮੀ ਵਿੱਚ ਕੂਕਾਂ ਪੈ ਰਹੀਆਂ ਹਨ, ਜਿਸ ਕਰਕੇ ਭਿਆਨਕ ਨਾਦ ਉੱਠਦਾ ਹੈ। ਜਕੇ ਸੂਰਬੀਰਨ ਛਕੇ ਜਾਣ ਮੱਤਨ। ਸੂਰਬੀਰ ਇਸ ਤਰ੍ਹਾਂ ਖੂਬ ਜੁਟੇ ਹੋਏ ਹਨ, ਜਾਣੋ ਸ਼ਰਾਬ ਨਾਲ ਮਸਤ ਹੋਣ। ਗਿਰੇ ਚੂਮ ਪੂਮਨ ਅਖੂ ਮੇਤ ਕਾਇਨ। ਸੂਰਵੀਰ ਕਾਓ ਖਾਣ ਉਪਰੰਤ ਕੁਮੇਰੀ ਖਾ ਕੇ ਧਰਤੀ ਉੱਤੇ ਡਿੱਗ ਰਹੇ ਹਨ। ਉਠੇ ਗੱਦ ਸੱਤਨ ਚੜੇ ਚੌਪ ਚਾਇਨ। ਭਿਆਨਕ ਸ਼ਬਦ ਹੁੰਦਾ ਹੈ ਜਿਸ ਨਾਲ ਸੂਰਮਿਆਂ ਦੇ ਚਿੱਤ ਵਿੱਚ ਚਾਉ ਚੜ੍ਹਦਾ ਹੈ। ਜੁਝੇ ਬੀਰ ਏਕਨ ਅਨੇਕਨ ਪ੍ਰਕਾਰਨ। ਕਈ ਇੱਕ ਸੂਰਮੇ ਅਨੇਕ ਤਰ੍ਹਾਂ ਨਾਲ ਲੜ ਕੇ ਸ਼ਹੀਦ ਹੁੰਦੇ ਹਨ। ਕਟੇ ਅੰਗ ਜੰਗਨ ਰਟੇ ਮਾਰ ਮਾਰਨ। ਉਹਨਾਂ ਦੇ ਯੁੱਧ ਵਿੱਚ ਅੰਗ ਕੱਟੇ ਗਏ ਹਨ ਤਾਂ ਵੀ ਮੂੰਹੋਂ ਮਾਰੋ ਮਾਰੋ ਬੋਲਦੇ ਹਨ। ਛੁਟੇ ਬਾਣ ਪਾਣਨ ਉਠੇ ਗੱਦ ਸੱਦਨ। ਸੂਰਮਿਆਂ ਦੇ ਹੱਥਾਂ ਵਿੱਚੋਂ ਤੀਰ ਛੁੱਟਦੇ ਹਨ, ਜਿਨ੍ਹਾਂ ਦਾ ਭਿਆਨਕ ਸ਼ਬਦ ਨਿਕਲਦਾ ਹੈ। ਰੁਲੇ ਚੂਮ ਪੂਮਨ ਸੁਬੀਰਨ ਬੇਹੱਤਨ। ਉਸ ਨਾਲ ਬੇਹੱਦ ਸੂਰਮੇ ਕੁਮੇਰੀ ਖਾ ਕੇ ਧਰਤੀ ਉੱਤੇ ਰੁਲਦੇ ਜਾਂਦੇ ਹਨ। ਨਚੇ ਜੰਗ ਰੰਗਨ ਤਥਥਈ ਤਥਥਯਨ। ਯੁੱਧ ਦੇ ਰੰਗ ਵਿੱਚ ਮਸਤ ਹੋਏ ਧਮਾਰ ਪਾਉਂਦੇ ਹਨ। ਛੁਟੇ ਬਾਨ ਰਾਜੀ ਫਿਰੇ ਛੂਚ ਹਥਿਅਨ। ਹੱਥਾਂ ਵਿੱਚੋਂ ਘੋੜਿਆਂ ਦੀਆਂ ਰੱਸੀਆਂ ਲਗਾਮਾਂ ਛੁੱਟ ਗਈਆਂ ਹਨ ਅਤੇ ਉਹ ਖਾਲੀ ਫਿਰ ਰਹੇ ਹਨ। ਗਿਰੇ ਅੰਕੁਸਨ ਬਾਰਣਨ ਬੀਰ ਖੇਤਨ। ਰਣ ਭੂਮੀ ਵਿੱਚ ਕਈ ਅੰਕੁਸ਼ ਹਾਥੀ ਅਤੇ ਸੂਰਵੀਰ ਡਿੱਗੇ ਪਏ ਹਨ। ਨਚੇ ਕੰਦ ਹੀਣਨ ਕਬੰਦਨ ਅਚੇਤਨ। ਸਿਰ ਤੋਂ ਬਿਨਾਂ ਧੜ ਬੇਸੁੱਧ ਹੋ ਕੇ ਨੱਚ ਰਹੇ ਹਨ। ਪਰੇ ਖੇਚਰੀ ਪੱਤਰ 64 ਚਾਰੀ। 68 64 ਅਤੇ 4 ਜੋਗਣਾ ਲਹੂ ਦੇ ਖੱਪਰ ਭਰਦੀਆਂ ਹਨ। ਚਲੇ ਸਰਬ ਆਨੰਦੀ ਹੋਏ ਮਾਸਹਾਰੀ। ਸਾਰੇ ਮਾਸ ਖਾਣ ਵਾਲੇ ਜੀਵ ਆਨੰਦਿਤ ਹੋ ਕੇ ਚਲੇ ਜਾ ਰਹੇ ਹਨ। ਗਿਰੇ ਬੰਕੁੜੇ ਬੀਰ ਬਾਜੀ ਸੁਦੇਸਨ। ਬਾਕੀ ਸੂਰਮੇ ਘੋੜਿਆਂ ਦੀਆਂ ਪਿੱਠਾਂ ਉੱਤੇ ਡਿੱਗ ਪਏ ਹਨ। ਪਰੇ ਪੀਲਵਾਨਨ ਛੁਟੇ ਚਾਰ ਕੇਸਨ। ਕਦੀ ਹਾਥੀਆਂ ਵਾਲੇ ਧਰਤੀ ਉੱਤੇ ਡਿੱਗ ਪਏ ਹਨ, ਜਿਨ੍ਹਾਂ ਦੇ ਸੁੰਦਰ ਕੇਸ ਖੁੱਲ੍ਹ ਗਏ ਹਨ। ਕਰੇ ਪੈਜ ਵਾਰਨ ਪ੍ਰਜਾਰੰਤ ਬੀਰਨ। ਕਈ ਯੁੱਧ ਦੇ ਮਰਿਆਦਾ ਕਾਇਮ ਕਰਨ ਵਾਲੇ ਸੂਰਮੇ ਲਲਕਾਰਦੇ ਹੋਏ ਪਏ ਹਨ। ਉਠੇ ਸ਼੍ਰੋਣ ਤਾਰਨ ਅਪਾਰਨ ਹਮੀਰਨ। ਸੂਰਵੀਰਾਂ ਦੇ ਸਰੀਰ ਵਿੱਚੋਂ ਲਹੂ ਦੀਆਂ ਅਪਾਰ ਤਤੀਰੀਆਂ ਗੁਲਾਲ ਦੀਆਂ ਪਿਚਕਾਰੀਆਂ ਵਾਂਗ ਨਿਕਲ ਰਹੀਆਂ ਹਨ। ਛੁਟੇ ਚਾਰ ਚਿੱਤਰਨ ਬਚਿੰਤਰੰਤ ਬਾਣਨ। ਸੁੰਦਰ ਚਿੱਤਰੇ ਹੋਏ ਅਦਭੁਤ ਧਨੁਸ਼ ਬਾਣ ਹੱਥਾਂ ਵਿੱਚੋਂ ਛੁੱਟ ਗਏ ਹਨ। ਚਲੇ ਬੈਠ ਕੇ ਸੂਰਬੀਰਨ ਬਿਮਾਨਨ। ਅਤੇ ਸੂਰਵੀਰ ਵਿਮਾਨਾਂ ਵਿੱਚ ਚੜ੍ਹ ਕੇ ਸਵਰਗ ਨੂੰ ਚਲੇ ਜਾ ਰਹੇ ਹਨ। ਗਿਰੇ ਬਾਰੁਣਨ ਬਿਥਰੀ ਲੁੱਤ ਜੁੱਥਨ। ਰਣ ਭੂਮੀ ਵਿੱਚ ਹਾਥੀ ਡਿੱਗੇ ਪਏ ਹਨ ਅਤੇ ਲੋਥਾਂ ਦੇ ਝੁੰਡ ਖਿਲਰੇ ਪਏ ਹਨ। ਖੁੱਲੇ ਸੁਰਗ ਦੁਆਰਨ ਗਏ ਵੀਰ ਅਛੁੱਤਨ। ਸਵਰਗ ਦੇ ਦਰਵਾਜ਼ੇ ਖੁੱਲ੍ਹ ਗਏ ਹਨ ਅਤੇ ਮੁਕਤ ਹੋਏ ਸੂਰਮੇ ਅੰਦਰ ਚਲੇ ਜਾ ਰਹੇ ਹਨ। ਦੋਹਰਾ। ਏ ਬਿਦ ਹੱਤ ਸੈਨਾ ਪਈ ਰਾਵਣ ਰਾਮ ਬਿਰੁੱਧ। ਇਸ ਤਰ੍ਹਾਂ ਨਾਲ ਰਾਮ ਦੇ ਵਿਰੋਧੀ ਰਾਵਣ ਦੀ ਸੈਨਾ ਨਸ਼ਟ ਹੋ ਗਈ।
ਲੰਕ ਬੰਕ ਪ੍ਰਾਪਤ ਪਇਓ 10 ਸਿਰ ਮਹਾ ਸਕਰੁਧ। ਅੰਤ ਨੂੰ ਰਾਵਣ ਕ੍ਰੋਧ ਨਾਲ ਲੰਕਾ ਦੇ ਸੁੰਦਰ ਕਿਲੇ ਅੰਦਰ ਚਲਾ ਗਿਆ। ਭੁਜੰਗ ਪ੍ਰਿਆਦ ਛੰਦ। ਤਬੇ ਮੁੱਕਲੇ ਦੂਤ ਲੰਕੇਸ ਅਪਨ। ਤਦੋਂ ਰਾਵਣ ਨੇ ਆਪਣੇ ਦੂਤ ਕੈਲਾਸ਼ ਉੱਤੇ ਭੇਜ ਦਿੱਤੇ। ਮਨਨ ਪਚ ਕਰਮਨ ਸਿਵਨ ਜਾਪ ਜਪਨ। ਜੋ ਮਨ, ਬਾਣੀ ਅਤੇ ਸਰੀਰ ਕਰਕੇ ਸ਼ਿਵ ਦੇ ਜਾਪ ਨੂੰ ਜਪਣ ਲੱਗੇ। ਤੋ ਰਾਵਣ ਨੇ ਆਪਣੇ ਦੂਤ ਕੈਲਾਸ਼ ਉੱਤੇ ਭੇਜ ਦਿੱਤੇ ਜੋ ਮਨ, ਬਾਣੀ ਅਤੇ ਸਰੀਰ ਕਰਕੇ ਸ਼ਿਵ ਦੇ ਜਾਪ ਨੂੰ ਜਪਣ ਲੱਗੇ। ਸਭੇ ਮੰਤਰਹੀਣਨ ਸਮੇਂ ਅੰਤ ਕਾਲਨ। ਪਰ ਜਦੋਂ ਅੰਤ ਦਾ ਸਮਾਂ ਆ ਜਾਵੇ ਤਾਂ ਸਾਰੇ ਮੰਤਰ ਨਿਸਫਲ ਹੋ ਜਾਂਦੇ ਹਨ। ਭਜੋ ਏਕ ਚਿੱਤਨ ਸੁਕਾਲਨ ਕਿਰਪਾਲਨ। ਇਸ ਲਈ ਇੱਕ ਚਿੱਤ ਹੋ ਕੇ ਉਸ ਕਿਰਪਾਲ ਕਾਲ ਦਾ ਸਿਮਰਨ ਕਰੋ। ਰਥੀ ਪਾਇਕਨ ਦੰਤ ਪੰਤੀ ਅਨੰਤਨ। ਫਿਰ ਰਥਾਂ ਵਾਲੇ ਸੂਰਮੇ, ਪੈਦਲ ਸੂਰਮੇ ਅਤੇ ਅਨੇਕਾਂ ਹੀ ਹਾਥੀਆਂ ਦੀਆਂ ਕਤਾਰਾਂ ਚਲੇ ਪਖਰੇ ਬਾਜ ਰਾਜਨ ਸੁਪੰਤਨ। ਪਾਖਰਾਂ ਨਾਲ ਸਜੇ ਰਾਜ ਘੋੜਿਆਂ ਵਾਲੇ ਸੂਰਮੇ ਵੀ ਕੁੰਭਕਰਨ ਨੂੰ ਜਗਾਉਣ ਲਈ ਤੁਰ ਪਏ। ਤਸੇ ਨਾਸ ਕਾ ਸ੍ਰੋਣ ਮੱਛਨ ਸੁਬੀਰਨ। ਉਹ ਕੁੰਭਕਰਨ ਦੀਆਂ ਨਾਸਾਂ ਤੇ ਕੰਨਾਂ ਦੇ ਅੰਦਰ ਚਲੇ ਗਏ। ਬੱਜੇ ਕਾਨ ਰੇ ਡੰਕ ਡੋਰੂ ਨਫੀਰਨ। ਅਤੇ ਡੰਕ, ਡੋਰੂ ਅਤੇ ਧੌਂਸੇ ਕਾਨੜੇ ਰਾਗ ਵਿੱਚ ਵਜਾਣ ਲੱਗੇ। ਬਜੇ ਲਾਗ ਬਾਦਨ ਨਿਨਾਦੰਤ ਵੀਰਨ। ਵਾਜਿਆਂ ਨੂੰ ਸੂਰਮਿਆਂ ਨੇ ਕੰਨ ਪਾੜਨ ਵਾਲੀ ਸੁਰ ਵਿੱਚ ਵਜਾਉਣਾ ਸ਼ੁਰੂ ਕੀਤਾ। ਉਠੇ ਗੱਦ ਸੱਦਨ ਨਿਨਦਨ ਨਫੀਰਨ। ਤੌਂਸਿਆਂ ਵਿੱਚੋਂ ਚੀਰਵੀਂ ਸੁਰ ਨਿਕਲਣ ਲੱਗੀ। ਪਏ ਆਕੁਲਨ ਬਿਆਕਲਨ ਛੋਰ ਭਾਗੀਅਨ। ਜਿਸ ਦੀ ਆਵਾਜ਼ ਨਾਲ ਵਿਆਕੁਲ ਹੋ ਕੇ ਲੋਕੀ ਆਪਣਾ ਸਥਾਨ ਛੱਡ ਕੇ ਭੱਜ ਗਏ। ਬਲੀ ਕੁੰਭਕਾਨਨ ਤਉ ਨਾਹੇ ਜਾਗੀਅਨ। ਪਰ ਤਾਂ ਵੀ ਕੁੰਭਕਰਨ ਸੂਰਮਾ ਨਾ ਜਾਗਿਆ। ਚਲੇ ਛੱਡ ਕੇ ਆਸ ਪਾਸਨ ਨਿਰਾਸਨ। ਜਾਗਣ ਦੀ ਆਸ ਨੂੰ ਛੱਡ ਕੇ ਨਿਰਾਸ਼ ਹੋਏ ਸੂਰਮੇ ਉਸ ਕੋਲੋਂ ਚਲੇ ਗਏ। ਪਏ ਪ੍ਰਾਤ ਕੇ ਜਾਗ ਬੇ ਤੇ ਉਦਾਸਨ। ਭਰਾ ਦੇ ਨਾ ਜਾਗਣ ਕਰਕੇ ਰਾਵਣ ਉਦਾਸ ਹੋ ਗਿਆ। ਤਬੇ ਦੇਵ ਕੰਨਿਆ ਕਰਿਓ ਗੀਤ ਗਾਨਨ। ਤਦੇ ਦੇਵ ਕੰਨਿਆਵਾਂ ਨੇ ਗੀਤ ਗਾਣੇ ਸ਼ੁਰੂ ਕਰ ਦਿੱਤੇ। ਉਠਿਓ ਦੇਵ ਦੋਖੀ ਗਦਾ ਲੀਸ ਪਾਨਨ। ਜਿਨ੍ਹਾਂ ਦੀ ਆਵਾਜ਼ ਸੁਣ ਕੇ ਦੇਵਤਿਆਂ ਦਾ ਵੈਰੀ ਕੁੰਭਕਰਨ ਜਾਗ ਪਿਆ। ਉਸ ਨੇ ਹੱਥ ਵਿੱਚ ਗਦਾ ਧਾਰਨ ਕਰ ਲਈ। ਕਰੋ ਲੰਕ ਦੇਸਨ ਪ੍ਰਵੇਸੰਤ ਸੂਰਨ। ਲੰਕਾ ਵਿੱਚ ਸੂਰਮੇ ਕੁੰਭਕਰਨ ਨੇ ਪ੍ਰਵੇਸ਼ ਕੀਤਾ। ਬਲੀ 20 ਬਾਹਨ ਮਹਾ ਸ਼ਸਤਰ ਪੂਰਨ। ਜਿਸ ਨਾਲ 20 ਬਾਵਾਂ ਵਾਲਾ ਰਾਵਣ ਸੂਰਮਾ ਹੈ ਅਤੇ ਜੋ ਵੱਡੇ ਸ਼ਸਤਰਾਂ ਨਾਲ ਸਜਿਆ ਹੋਇਆ ਹੈ। ਕਾਰੇ ਲਾਗ ਮੰਤਰਨ ਕੁਮੰਤਰਨ ਵਿਚਾਰਨ। ਫਿਰ ਦੋਵੇਂ ਕੁਮੰਤਰ ਰੂਪ ਮੰਤਰ ਨੂੰ ਵਿਚਾਰਨ ਲੱਗੇ। ਇਤੇ ਉਚਰੇ ਬੈਨ ਪ੍ਰਾਤਨ ਲੁਛਾਰਨ। ਰਾਵਣ ਨੇ ਜੁਝਾਰੂ ਭਰਾ ਕੁੰਭਕਰਨ ਨੂੰ ਸਾਰੀ ਗੱਲ ਦੱਸ ਦਿੱਤੀ। ਜਲਨ ਗਾਗਰੀ ਸਪਤ ਸਾਹੰਤਰ ਪੂਰਨ।
ਪਾਣੀ ਦੀਆਂ ਭਰੀਆਂ ਹੋਈਆਂ 7,000 ਗਾਗਰਾਂ ਨਾਲ ਮੁਖਨ ਪੁੱਛ ਲਿਓ ਕੁੰਭਕਾਨਨ ਕਰੂਰਨ। ਕੁੰਭਕਰਨ ਨੇ ਆਪਣਾ ਭਿਆਨਕ ਮੂੰਹ ਪੂੰਝ ਲਿਆ। ਕਿਉ ਮਾਸ ਹਾਰਨ ਮਹਾ ਮਦਯਪਾਨਨ। ਫਿਰ ਮਾਸ ਦਾ ਆਹਾਰ ਕੀਤਾ ਅਤੇ ਬਹੁਤ ਸਾਰੀ ਸ਼ਰਾਬ ਪੀ ਲਈ। ਉੱਠਿਓ ਲੈ ਗਦਾ ਕੋ ਭਰਿਓ ਵੀਰ ਮਾਨਨ। ਗੌਰਵ ਨਾਲ ਭਰਿਆ ਸੂਰਮਾ ਗਦਾ ਲੈ ਕੇ ਖੜਾ ਹੋ ਗਿਆ। ਭਜੀ ਬਾਨਰੀ ਪੇਖ ਸੈਨਾ ਅਪਾਰਨ। ਜਿਸ ਨੂੰ ਵੇਖ ਕੇ ਬੰਦਰ ਦੀ ਅਪਾਰ ਸੈਨਾ ਭੱਜ ਗਈ। ਤਰਸੇ ਜੂਦ ਪੈ ਜੂਦ ਜੋਧਾ ਜੁਝਾਰਨ। ਜੁਝਾਰੂ ਯੋਧਿਆਂ ਦੇ ਦਲਾਂ ਦੇ ਦਲ ਡਰ ਗਏ। ਉਠੇ ਗਦ ਸੱਤਨ ਨਿਨਦੰਤ ਵੀਰਨ। ਸੂਰਮਿਆਂ ਦੇ ਲਲਕਾਰਿਆਂ ਦਾ ਕਠੋਰ ਨਾਦ ਉੱਠਣ ਲੱਗਿਆ। ਫਿਰੇ ਰੁੰਡ ਮੁੰਡਨ ਤਨਨ ਤੱਚ ਤੀਰਨ। ਅਤੇ ਤੀਰਾਂ ਨਾਲ ਪੱਛੇ ਹੋਏ ਸਿਰ ਅਤੇ ਧੜ ਰੁਲਣ ਲੱਗੇ। ਭੁਜੰਗ ਪ੍ਰਿਆਤ ਛੰਦ। ਗਿਰੇ ਮੁੰਡ ਤੁੰਡਨ ਪਸੁੰਡਨ ਗਜਾਨਨ। ਸੂਰਮਿਆਂ ਦੇ ਧੜ ਤੇ ਸਿਰ ਅਤੇ ਹਾਥੀਆਂ ਦੇ ਸੁੰਡ ਡਿੱਗੇ ਪਏ ਸਨ। ਸੂਰਮਿਆਂ ਦੇ ਧੜ ਤੇ ਸਿਰ ਅਤੇ ਹਾਥੀਆਂ ਦੇ ਸੁੰਡ ਡਿੱਗੇ ਪਏ ਸਨ। ਫਿਰੇ ਰੁੰਡ ਮੁੰਡਨ ਸੁ ਚੁੰਡਨ ਨਿਸਾਨਨ। ਸਿਰ ਅਤੇ ਧੜ ਭੱਜੇ ਫਿਰਦੇ ਸਨ। ਚੰਡੀਆਂ ਦੇ ਢੇਰ ਲੱਗੇ ਪਏ ਸਨ। ਰੜੇ ਕੰਕ ਬੰਕਨ ਸਸੰਕੰਤ ਜੋਦਨ। ਭਿਆਨਕ ਕਾਂ ਬੋਲਦੇ ਸਨ ਅਤੇ ਯੋਧੇ ਸਿਸਕ ਰਹੇ ਸਨ। ਉਠੀ ਕੂਹ ਜੂਹਨ ਮਿਲੇ ਸੈਣ ਕ੍ਰੋਧਨ। ਬਹੁਤ ਰੌਲਾ ਪੈ ਰਿਹਾ ਸੀ ਅਤੇ ਕ੍ਰੋਧ ਭਰੀ ਸੈਨਾ ਆਪਸ ਵਿੱਚ ਗੁੱਥਮ ਗੁੱਥਾ ਹੋ ਰਹੀ ਸੀ। ਚਿਮੀ ਤੇਗ ਤੇਜਨ ਸਰੋਸਨ ਪ੍ਰਹਾਰਨ। ਯੋਧੇ ਕ੍ਰੋਧ ਨਾਲ ਤੇਜ਼ ਤਲਵਾਰਾਂ ਨੂੰ ਚਲਾਉਂਦੇ ਸਨ। ਖਿਮੀ ਦਾਮਨੀ ਜਾਣੁ ਪਾਦੋ ਮਛਾਰਨ। ਜੋ ਇਸ ਤਰ੍ਹਾਂ ਚਮਕਦੀਆਂ ਸਨ ਮਾਨੋ ਭਾਦਰੋਂ ਦੇ ਮਹੀਨੇ ਵਿੱਚ ਕਾਲੀਆਂ ਕਟਾਵਾਂ ਅੰਦਰ ਬਿਜਲੀ ਲਿਸ਼ਕਦੀ ਹੋਵੇ। ਹਸੇ ਕੰਕ ਬੰਕਨ ਕਸੇ ਸੂਰਵੀਰਨ। ਭਿਆਨਕ ਕਾਂ ਹੱਸਦੇ ਸਨ ਅਤੇ ਸੂਰਮੇ ਯੁੱਧ ਲਈ ਕਮਰ ਕੱਸੇ ਕਰਦੇ ਸਨ। ਡਲੀ ਡਾਲ ਮਾਲਨ ਸੁਭੇ ਤੱਛ ਤੀਰਨ। ਡਾਲਾਂ ਦੀ ਮਾਲਾ ਡਿੱਗੀ ਪਈ ਹੈ ਅਤੇ ਭਿਆਨਕ ਘਾਵ ਸ਼ੋਭ ਰਹੇ ਹਨ। ਬਿਰਾਜ ਛੰਦ। ਹੱਕ ਦੇਵੀ ਕਰਨਨ। ਦੇਵੀ ਕਾਲੀ ਆਵਾਜ਼ ਕਰ ਰਹੀ ਹੈ। ਸਤ ਪੈਰੋ ਰਰਨ। ਪੈਰੋ ਭਿਆਨਕ ਸ਼ਬਦ ਬੋਲ ਰਿਹਾ ਹੈ। ਚਾਵੜੀ ਚਿੰਕਰਨ। ਚੁੜੇਲ ਚੀਕਦੀ ਹੈ। ਡਾਕਣੀ ਡਿੰਕਰਨ। ਡਾਕਣੀ ਡਕਾਰ ਮਾਰਦੀ ਹੈ। ਪੱਤਰ ਜੁਗਣ ਪਰਨ। ਜੋਗਣਾ ਖੱਪਰ ਭਰਦੀਆਂ ਹਨ। ਲੁੱਥ ਬਿਥੂਥਰਨ। ਲੋਥਾਂ ਖਿੰਡੀਆਂ ਪਈਆਂ ਹਨ। ਸਮੂਹੇ ਸੰਘਰਨ। ਆਹਮੋ ਸਾਹਮਣੇ ਯੁੱਧ ਹੋ ਰਿਹਾ ਹੈ। ਹੋ ਕੂਹਨ ਪਰਨ। ਰਣਭੂਮੀ ਰੌਲੇ ਰੱਪੇ ਨਾਲ ਭਰੀ ਪਈ ਹੈ। ਅਛਰੀ ਉਛਰਨ। ਅਪਛਰਾਵਾਂ ਉਤਸਾਹਿਤ ਹਨ। ਸਿੰਧੂਰੇ ਸਿੰਧਰਨ। ਰਣ ਸਿੰਘੇ ਧੁਨ ਕੱਢ ਰਹੇ ਹਨ। ਮਾਰ ਮਾਰੂਚਰਨ। ਸੂਰਮੇ ਮਾਰੋ ਮਾਰੋ ਉਚਾਰਦੇ ਹਨ। ਬੱਜ ਗੱਜੇ ਸੁਰਨ। ਵਾਜੇ ਉੱਚੀ ਸੁਰ ਵਿੱਚ ਗੱਜ ਰਹੇ ਹਨ।
ਉੱਛਰੇ ਲੁੱਛਰਨ, ਲੜਾਕੇ ਉਲਝੇ ਪਏ ਹਨ। ਝੁੰਮਰੇ ਜੁੱਛਰਨ, ਯੋਧੇ ਘੁਮੇਰੀਆਂ ਖਾ ਕੇ ਡਿੱਗਦੇ ਹਨ। ਬੱਜੀਅਨ ਡੰਮਰਨ, ਡੋਰੂ ਤੰਬੂਰੇ ਤੇ ਤਾਲਣੋਂ ਤੁੰਬਰਨ, ਤਾਲ ਛੈਣੇ ਵੱਜਦੇ ਹਨ। ਰਸਾਵਲ ਛੰਦ। ਪਰੀ ਮਾਰ ਮਾਰਨ, ਮਾਰੋ ਮਾਰੋ ਹੋ ਰਹੀ ਹੈ। ਮੰਡੇ ਸ਼ਸਤਰ ਤਾਰਨ, ਸ਼ਸਤਰਾਂ ਦੀਆਂ ਧਾਰਾਵਾਂ ਸੂਰਮਿਆਂ ਨੂੰ ਕੱਟ ਰਹੀਆਂ ਹਨ। ਰਟੇ ਮਾਰ ਮਾਰਨ, ਮੂੰਹੋਂ ਮਾਰੋ ਮਾਰੋ ਬੋਲਦੇ ਹਨ। ਟੁੱਟੇ ਖੱਕ ਤਾਰਨ, ਕਲਵਾਰਾਂ ਦੀ ਤਾਰ ਖੁੰਡੀ ਪੈ ਰਹੀ ਹੈ। ਉੱਠੇ ਛਿੱਚ ਅਪਾਰਨ, ਅਪਾਰ ਛਿੱਟਾਂ ਉੱਠਦੀਆਂ ਹਨ। ਬਹੇ ਸ੍ਰੋਣ ਤਾਰਨ, ਅਤੇ ਲਹੂ ਦੀ ਤਾਰ ਵਗਦੀ ਹੈ। ਹਸੇ ਮਾਸ ਹਾਰਨ, ਮਾਸ ਖਾਣ ਵਾਲੇ ਹੱਸਦੇ ਹਨ। ਪੀਏ ਸ੍ਰੋਣ ਸਿਆਰਨ, ਗਿੱਦੜ ਲਹੂ ਪੀਂਦੇ ਹਨ। ਗਿਰੇ ਚੌਰ ਚਾਰਨ, ਸੁੰਦਰ ਚੌਰ ਡਿੱਗੇ ਪਏ ਹਨ। ਭਜੇ ਏਕ ਹਾਰਨ, ਕਈ ਹਾਰ ਕੇ ਭੱਜੀ ਜਾ ਰਹੇ ਹਨ। ਰਟੇ ਏਕ ਮਾਰਨ, ਕਈ ਮਾਰੋ ਮਾਰੋ ਰਟ ਰਹੇ ਹਨ। ਗਿਰੇ ਸੂਰ ਸੁਆਰਨ, ਘੋੜ ਸਵਾਰ ਸੂਰਮੇ ਡਿੱਗੇ ਪਏ ਹਨ। ਚਲੇ ਏਕ ਸੁਆਰਨ, ਕਈ ਸਵਾਰ ਚੱਲ ਰਹੇ ਹਨ। ਪਰੇ ਏਕ ਬਾਰਨ, ਕਈ ਇੱਕੋ ਵਾਰ ਆ ਪੈਂਦੇ ਹਨ। ਬੜੋ ਯੁੱਧ ਪਾਰਨ, ਵੱਡਾ ਯੁੱਧ ਮਚਾਉਂਦੇ ਹਨ। ਨਿਕਾਰੇ ਹਥਿਆਰਨ, ਅਤੇ ਹਥਿਆਰ ਕੱਢ ਕੇ ਚਲਾਉਂਦੇ ਹਨ। ਕਰੇ ਏਕ ਵਾਰਨ, ਇੱਕੋ ਵਾਰ ਹੀ ਵਾਰ ਕਰਦੇ ਹਨ। ਲਸੇ ਖੱਗ ਤਾਰਨ, ਤਲਵਾਰਾਂ ਦੀ ਤਾਰ ਚਮਕਦੀ ਹੈ। ਉੱਠੇ ਅੰਗਿਆਰਨ, ਜਿਨ੍ਹਾਂ ਤੋਂ ਅੱਗ ਦੀਆਂ ਚਿਣਗਾਂ ਨਿਕਲਦੀਆਂ ਹਨ। ਲਖੇ ਬਿਓਮਚਾਰਨ, ਆਕਾਸ਼ ਵਿੱਚ ਵਿਚਾਰਨ ਵਾਲੇ ਦੇਵਤੇ ਵੇਖਦੇ ਹਨ। ਸੁਪੈਜਨ ਪੰਚਾਰਨ, ਸੁਪੈਜਨ ਪਚਾਰਨ, ਸੂਰਵੀਰ ਲਲਕਾਰੇ ਮਾਰਦੇ ਹੋਏ ਆਪਣੀ ਮਰਿਆਦਾ ਪਾਲਦੇ ਹਨ। ਮੰਡੇ ਅਸਤਰ ਤਾਰਨ, ਅਸਤਰਾਂ ਦੀਆਂ ਧਾਰਾਵਾਂ ਸ਼ਿੰਗਾਰ ਰਹੇ ਹਨ। ਕਰੇ ਮਾਰ ਮਾਰਨ, ਅਤੇ ਮਾਰੋ ਮਾਰੋ ਕਰਦੇ ਹਨ। ਇੱਕੇ ਕੰਪ ਚਾਰਨ, ਕਈ ਬਹੁਤ ਕੰਬ ਰਹੇ ਹਨ। ਮਹਾਬੀਰ ਜੁੱਟੇ, ਬਲੀ ਯੋਧੇ ਆਪਸ ਵਿੱਚ ਜੁਟੇ ਹੋਏ ਹਨ। ਸਰਨ ਸੰਜ ਫੁੱਟੇ, ਤੀਰ ਨਾਲ ਕਵਚ ਟੁੱਟ ਰਹੇ ਹਨ। ਤੜੰਕਾਰ ਛੁੱਟੇ, ਜੋ ਤੜ ਤੜ ਕਰਕੇ ਫੁੱਟਦੇ ਹਨ। ਚੜੰਕਾਰ ਉੱਠੇ, ਅਤੇ ਉਹਨਾਂ ਵਿੱਚੋਂ ਚੜ ਚੜ ਸ਼ਬਦ ਨਿਕਲਦਾ ਹੈ। ਸਰਨਤਾਰ ਬੁੱਠੇ, ਤੀਰਾਂ ਦਾ ਮੀਂਹ ਵਰਦਾ ਹੈ। ਜੁਗਨ ਜੁਗਨ ਜੁੱਧ ਜੁੱਠੇ, ਜੁਗਨ ਜੁੱਧ ਜੁੱਠੇ, ਦੋ ਦੋ ਯੋਧੇ ਆਪਸ ਵਿੱਚ ਜੁਟੇ ਹੋਏ ਹਨ। ਰਣ ਰੋਸ ਰੁੱਠੇ, ਕ੍ਰੋਧ ਨਾਲ ਰਣ ਵਿੱਚ ਰੁੱਝੇ ਹੋਏ ਹਨ। ਏਕਨ ਏਕ ਕੁੱਠੇ, ਅਤੇ ਇੱਕ ਇੱਕ ਨੂੰ ਕੋਹ ਰਿਹਾ ਹੈ। ਟਲੀ ਡਾਲ ਉੱਠੇ, ਡਾਲਾਂ ਤੋਂ ਡਲ ਡਲ ਸ਼ਬਦ ਨਿਕਲਦਾ ਹੈ। ਅਰਨ ਫੌਜ ਫੁੱਟੇ, ਵੈਰੀ ਦੀ ਸੈਨਾ ਫੁੱਟ ਰਹੀ ਹੈ। ਕਿ ਨੇਜੇ ਪਲਟੇ, ਕਈ ਨੇਜ਼ਿਆਂ ਨਾਲ ਨੇਜ਼ੇ ਵੱਜਦੇ ਹਨ। ਚਮਤਕਾਰ ਉੱਠੇ, ਅਤੇ ਚਿੰਗਾਰੇ ਨਿਕਲਦੇ ਹਨ। ਕਿਤੇ ਭੂਮ ਲੁੱਠੇ, ਕਿੰਨੇ ਹੀ ਧਰਤੀ ਤੇ ਲੁੜਕੇ ਪਏ ਹਨ। ਗਿਰੇ ਏਕ ਉੱਠੇ, ਕਈ ਇੱਕ ਡਿੱਗਦੇ ਹੋਏ ਫਿਰ ਉੱਠ ਖੜੋਤੇ ਹਨ। ਰਣ ਫੇਰ ਜੁੱਟੇ,
ਮੁੜ ਕੇ ਰਣ ਵਿੱਚ ਜੁਟ ਗਏ ਹਨ। ਬਹੇ ਤੇਗ ਟੁੱਟੇ, ਚਲ ਚਲ ਕੇ ਤਲਵਾਰਾਂ ਟੁੱਟ ਗਈਆਂ ਹਨ। ਮਚੇ ਵੀਰ ਵੀਰਨ, ਸੂਰਮੇ ਵੀਰਤਾ ਦੀ ਮੌਜ ਵਿੱਚ ਹਨ। ਤਰੇ ਵੀਰ ਚੀਰਨ, ਸੂਰਮਿਆਂ ਨੇ ਬਸਤਰ ਧਾਰਨ ਕੀਤੇ ਹੋਏ ਹਨ। ਕਰੇ ਸ਼ਸਤਰ ਪਾਤਨ, ਸ਼ਸਤਰਾਂ ਦਾ ਪ੍ਰਹਾਰ ਕਰਦੇ ਹਨ। ਸ਼ਸਤਰਾਂ ਦਾ ਪ੍ਰਹਾਰ ਕਰਦੇ ਹੋਏ ਉਠੇ ਅਸਤਰ ਕਾਤਨ, ਕਾਤ ਲਾ ਕੇ ਅਸਤਰ ਚਲਾਏ ਹਨ। ਕਾਤ ਲਾ ਕੇ ਅਸਤਰ ਚਲਾਉਂਦੇ ਹਨ। ਇਤੇ ਬਾਨ ਰਾਜਨ, ਇੱਧਰੋਂ ਬੰਦਰਾਂ ਦਾ ਰਾਜਾ ਸੁਗਰੀਵ, ਉਤੇ ਕੁੰਭ ਕਾਜਨ, ਅਤੇ ਉਧਰੋਂ ਕੁੰਭਕਰਨ ਲੜ ਰਹੇ ਹਨ। ਕਰਿਓ ਸਾਲ ਪਾਤਨ, ਅੰਤ ਨੂੰ ਸੁਗਰੀਵ ਨੇ ਸਾਲ ਦਾ ਬ੍ਰਿਛ ਪੁੱਟ ਕੇ ਮਾਰਿਆ। ਗਿਰਿਓ ਵੀਰ ਭਰਾਤਨ, ਜਿਸ ਨਾਲ ਰਾਵਣ ਦਾ ਭਰਾ ਕੁੰਭਕਰਨ ਡਿੱਗ ਪਿਆ। ਦੋ ਜਾਗ ਫੂਟੀ, ਉਸ ਦੀਆਂ ਦੋਵੇਂ ਟੰਗਾਂ ਟੁੱਟ ਗਈਆਂ। ਰਤਨ ਤਾਰ ਛੂਟੀ, ਜਿਨ੍ਹਾਂ ਵਿੱਚੋਂ ਲਹੂ ਦੀ ਤਾਰ ਚੱਲ ਪਈ। ਗਿਰੇ ਰਾਮ ਦੇਖੇ, ਰਾਮ ਨੇ ਡਿੱਗਦਾ ਹੋਇਆ ਵੇਖਿਆ। ਬੜੇ ਦੁਸ਼ਟ ਲੇਖੇ, ਕਿ ਵੱਡਾ ਦੁਸ਼ਟ ਲੇਖੇ ਲੱਗ ਗਿਆ ਹੈ। ਕਰੀ ਬਾਣ ਬਰਖਨ, ਉਸ ਵੇਲੇ ਸ਼੍ਰੀ ਰਾਮ ਨੇ ਤੀਰਾਂ ਦੀ ਬਰਖਾ ਕੀਤੀ। ਪਰਿਓ ਸੈਨ ਹਰਖਨ, ਬੰਦਰ ਸੈਨਾ ਵਿੱਚ ਆਨੰਦ ਛਾ ਗਿਆ। ਹਣੇ ਬਾਣ ਤਾਣਨ, ਰਾਮ ਦੇ ਹੱਥ ਦੇ ਮਾਰੇ ਹੋਏ ਬਾਣ ਨਾਲ। ਚਿਣਿਓ ਕੁੰਭ ਕਾਣਨ, ਕੁੰਭਕਰਨ ਮਾਰਿਆ ਗਿਆ ਹੈ। ਪਏ ਦੇਵ ਹਰਖਨ, ਦੇਵਤੇ ਪ੍ਰਸੰਨ ਹੋਏ। ਕਰੀ ਪੁਹੱਪ ਬਰਖਨ, ਅਤੇ ਉਹਨਾਂ ਨੇ ਸ਼੍ਰੀ ਰਾਮ ਉੱਤੇ ਫੁੱਲਾਂ ਦੀ ਬਰਖਾ ਕੀਤੀ। ਸੁਣਿਓ ਲੰਕ ਨਾਥਨ, ਰਾਵਣ ਨੇ ਕੁੰਭਕਰਨ ਦਾ ਮਰਨਾ ਸੁਣਿਆ। ਹਣੇ ਭੂਮ ਮਾਥਨ, ਤਾਂ ਉਸਨੇ ਆਪਣਾ ਮੱਥਾ ਧਰਤੀ ਨਾਲ ਮਾਰਿਆ। ਇਤ ਸ਼੍ਰੀ ਬਚਿੱਤਰ ਨਾਟਕੇ ਰਾਮ ਅਵਤਾਰ ਕੁੰਭਕਰਨ ਬਧੇ ਧਿਆਏ ਸਮਾਪਤਮ ਸਤ। ਇੱਥੇ ਸ਼੍ਰੀ ਬਚਿੱਤਰ ਨਾਟਕ ਦੇ ਰਾਮ ਅਵਤਾਰ ਦਾ ਕੁੰਭਕਰਨ ਬਧੇ ਨਾਂ ਦਾ ਅਧਿਆਇ ਸਮਾਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।